सत श्री अकाल जी, तुसीं देख रहे हो साझा पंजाब टीवी। मैं हाँ गुरमीत राजा अंबरसर तो। उम्मीद करता हाँ तुसीं सारे ठीक ठाक होवोगे। टीचर जे आपां टीचरां दी गल करिए कि लंबे समय तो जिहड़ा संघर्ष करते आ रहे गए आ। और समय समय दी सरकारां जदों धरना प्रदर्शन करते हैं टीचर, तो उन्होंने दे उत्ते जिहड़ा लाठी चार्ज भी करते हैगे ने। गलबात करते हैं, साडे नाल प्रधान जी जुड़ चुके हैं, उन्होंने गलबात करते जानते हैं जी की पूरा मामला गाया और क्यों उन्होंने जिहड़ा गाया कॉलेज के बाहर ही अपना रोष प्रदर्शन करना पैन दिया। सब तो पहले सब संगत का तुहाडा स्वागत करदा जी। मैं प्रधान जी की गल है क्यों तुसीं अपने कॉलेज के बाहर बैठे हो, किहड़ी मंगां लैके? साडा बहुत बहुत धन्यवाद जी चैनल का। चलो बहुत वधिया गल सी साडी वाली गल सुनना है जी। ਇਹਦੇ ਵਿੱਚ ਅਸੀਂ ਕਿਉਂ ਰੋਡ ਤੇ ਬੈਠੇ ਮੈਂ ਤੁਹਾਨੂੰ ਸਾਰੀ ਚੀਜ਼ ਦੱਸ ਦਿੰਦਾ ਜੀ। 1/11/2012 ਦੇ ਵਿੱਚ ਪੰਜਾਬ ਗਵਰਨਮੈਂਟ ਨੇ ਗ੍ਰੇਡ ਦਿੱਤੇ, ਉਹਦੇ ਵਿੱਚ ਸਾਨੂੰ ਅਜੇ ਤੱਕ ਕੋਈ ਗ੍ਰੇਡ ਨਹੀਂ ਮਿਲਿਆ। ਸਾਨੂੰ ਪਹਿਲਾਂ ਹੀ 1/6 ਦਾ ਜੋ ਮਿਲਿਆ ਸਾਨੂੰ ਉਹ ਹੀ ਮਿਲਿਆ ਵਾ। ਅਸੀਂ ਬਾਰ-ਬਾਰ ਸਰਕਾਰਾਂ ਬਦਲੀਆਂ ਆਈਆਂ, ਕਦੀ ਬਾਦਲ ਸਾਹਿਬ ਆ ਜਾਂਦੇ ਆ, ਕਦੀ ਕੈਪਟਨ ਸਾਹਿਬ ਆ ਜਾਂਦੇ ਆ। ਅਸੀਂ ਰੋਡਾਂ 'ਤੇ ਇਹਨਾਂ ਨੂੰ ਜਾਮ ਕਰਕੇ ਧੱਕੇ ਖਾ ਕੇ ਇਹਨਾਂ ਕੋਲ ਡਾਂਗਾ ਡੂੰਗਾ ਖਾ ਕੇ ਵੀ ਇਹਨਾਂ ਥੱਲੇ ਕੱਢਦੇ ਰਹੇ। ਸਾਡਾ ਜਾਇਜ਼ ਆ, ਜਾਇਜ਼ ਜੋ ਹੱਕ ਆ ਸਾਡਾ ਉਹ ਦਿੱਤਾ ਜਾਵੇ। ਇਹਨਾਂ ਦੇ ਥੱਲੇ ਕੱਢਣ ਦੇ ਬਾਅਦ ਮੁੜ ਕੇ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਇੱਥੇ ਸਾਡੇ ਆ ਕੇ ਵੀ ਅਸੀਂ ਜੋ ਵੀ ਤੁਹਾਡੀਆਂ ਮੰਗਾਂ ਪੂਰੀਆਂ ਕਰਾਂਗੇ, ਤੁਸੀਂ ਸਾਡਾ ਸਾਥ ਦਿਓ। ਇਹਨਾਂ ਨੂੰ ਅਸੀਂ ਸਾਥ ਦੇ ਕੇ ਚਲੋ ਆਪਣੇ ਸੀਐਮ ਦੀ ਕੁਰਸੀ 'ਤੇ ਪਾਇਆ, ਪਰ ਸਾਨੂੰ ਬਾਅਦ 'ਚ ਮੁੜ ਕੇ 4.5 ਸਾਲ ਕੋਈ ਪੁੱਛਿਆ ਨਹੀਂ ਗਿਆ। ਅਲਵਾਰਸ ਕਰਤਾ। ਅਲਵਾਰਸ ਦੇ ਵਿੱਚ ਇਹ ਵੀ 1/8/9 ਤੋਂ ਸਾਡਾ ਜਿਹੜਾ HR ਸਾਨੂੰ ਉਹ ਵੀ ਨਹੀਂ ਪੂਰਾ ਦਿੱਤਾ ਜਾ ਰਿਹਾ। 1/10/3 ਤੋਂ ਸਾਡਾ ਮੈਡੀਕਲ ਆ ਉਹ ਵੀ ਸਾਨੂੰ ਪੂਰਾ ਨਹੀਂ ਦਿੱਤਾ ਜਾ ਰਿਹਾ। ਹੁਣ ਜਦੋਂ ਕੈਪਟਨ ਸਾਹਿਬ ਤੇ ਇੰਨਾ ਸਾਰਾ ਭਾਂਡਾ ਪਾਤਾ ਵੀ ਕੈਪਟਨ ਸਾਹਿਬ ਦੀ ਸਰਕਾਰ ਸੀ, ਅਸੀਂ ਚੰਨੀ ਸਾਹਿਬ ਨੂੰ ਬਣਾਤਾ। ਚੰਨੀ ਸਾਹਿਬ ਜਦੋਂ ਬਣੇ ਸਾਨੂੰ ਬੜੀ ਉਮੀਦ ਸੀ ਵੀ ਜਦੋਂ ਸਾਡੇ ਗਰੀਬਾਂ ਦੀ ਕੁਛ ਨਹੀਂ ਜਾਊਗੀ, ਪਰ ਚੰਨੀ ਸਾਹਿਬ ਬਾਰ-ਬਾਰ ਜਿਹੜੇ ਵਾਅਦੇ ਕਰਦੇ ਆ ਉਹ ਵਾਅਦਿਆਂ ਦੇ ਕੋਈ ਨਹੀਂ ਮੁੱਕਰਦੇ। ਸਾਡੀ ਟੀਚਿੰਗ ਯੂਨੀਅਨ ਸਾਹਿਬ, ਪ੍ਰੋਫੈਸਰ ਸਾਹਿਬਾਨ ਸਾਰੇ ਬਾਰ-ਬਾਰ ਇਹਨਾਂ ਨੂੰ ਮਿਲੇ ਨੇ, ਪਰ ਇਹਨਾਂ ਕਿਸੇ ਦੀ ਸੁਣਵਾਈ ਨਹੀਂ ਕੀਤੀ। ਦੇਖੋ ਜੀ, ਇਸੇ ਕਾਲਜਾਂ ਦੇ ਵਿੱਚੋਂ ਪੜ੍ਹ ਕੇ ਬੱਚੇ ਅਫਸਰ ਬਣਦੇ ਆ, ਇਸੇ ਕਾਲਜਾਂ ਦੇ ਵਿੱਚੋਂ CM ਬਣਦੇ ਨੇ, ਪਰ ਇਹਨਾਂ ਕਾਲਜਾਂ ਨੂੰ ਜਿਹੜਾ ਟੀਚਿੰਗ ਸਟਾਫ ਜਿਹੜੀ ਸੇਵਾ ਕਰਦਾ ਉਹਨਾਂ ਨੂੰ ਅੱਜ ਮੁੱਦਿਆਂ ਨਾਲ ਭੁਗਤਣਾ ਪੈ ਰਿਹਾ। ਸਾਨੂੰ ਕੁਛ ਨਹੀਂ ਇਹਨਾਂ ਦਿੱਤਾ, ਇੱਕ ਪਾਣੀ ਦੀਆਂ ਪਛਾਣਾਂ ਤੋਂ, ਇੱਕ ਡਾਂਗਰਾਂ ਨੂੰ ਸਵਾਦ ਸਾਨੂੰ ਕੁਛ ਨਹੀਂ ਦਿੱਤਾ। ਹੁਣ ਚੰਨੀ ਸਾਹਿਬ ਤਾਂ ਬੜੇ ਸੀ, ਸਾਨੂੰ ਇਹੋ ਆਸ ਸੀ ਵੀ ਸਾਡਾ HR ਤੇ ਮੈਡੀਕਲ ਸਾਨੂੰ ਪੂਰਾ ਦਿੱਤਾ ਜਾਊ। ਜਿਹੜਾ ਨਵੇਂ ਗ੍ਰੇਡ ਸਾਨੂੰ ਦੇਣੇ ਸਾਨੂੰ ਨਾਲ ਹੀ ਲਾਗੂ ਕੀਤੇ ਜਾਣਗੇ। ਹਰ ਦੀ ਤਰ੍ਹਾਂ ਜਦੋਂ ਵੀ ਕੋਈ ਸਰਕਾਰ ਬਣਦੀ ਆ, ਜਦੋਂ ਵੋਟਾਂ ਲੈਣ ਦਾ ਤੁਹਾਨੂੰ ਮਸਲਾ ਹੁੰਦਾ, ਸਾਨੂੰ ਕਹਿੰਦੇ ਤੁਹਾਨੂੰ ਆ ਵੀ ਦੇਣਾ, ਪਰ ਵੋਟਾਂ ਲੈਂਦਿਆਂ ਸਾਰ CM ਦੀ ਚੇਅਰ ਤੇ ਬਹਿੰਦਿਆਂ ਸਾਰ ਹੀ ਇਹ ਸਾਰੇ ਵਾਅਦੇ ਮੁੱਕਰ ਜਾਂਦੇ, ਕਿਉਂਕਿ ਉਹਦੇ ਬਾਅਦ ਸਾਨੂੰ ਟਾਈਮ 3 ਸਾਲ ਤੋਂ ਸਾਨੂੰ ਟਾਈਮ ਨਹੀਂ ਨਾ ਦਿੰਦੇ। ਮਿਲਦਾ ਭਾਵੇਂ ਰੱਖਿਆ ਮੰਤਰੀ ਆ, ਭਾਵੇਂ ਕੈਪਟਨ ਮੰਤਰੀ ਦੇ ਵਿੱਚ ਕੈਪਟਨ ਸਾਹਿਬ, ਭਾਵੇਂ ਕੋਈ ਵੀ ਮੰਤਰੀ ਬਣਦਾ, CM ਬਣਦਾ, ਮੁੜ ਕੇ 3 ਸਾਲ ਸਾਨੂੰ ਟਾਈਮ ਨਹੀਂ ਦਿੱਤਾ ਜਾਂਦਾ। ਕਿਉਂਕਿ ਜੇ ਅਸੀਂ ਟਾਈਮ ਮੰਗਦੇ ਆਂਦੇ ਕੋਈ ਗੱਲ ਨਹੀਂ, ਇੱਧਰ ਦਾ ਦੇ ਦਿਓ, ਸਾਨੂੰ ਇੱਧਰ ਦਾ ਦੇ ਦਿਓ। ਸਾਨੂੰ ਐਜੂਕੇਸ਼ਨ ਸੈਕਟਰੀ ਜਿਹੜਾ ਉਹ ਨਹੀਂ ਸਾਨੂੰ ਲੱਗੇ ਲੱਗਦੇ, ਪ੍ਰਿੰਸੀਪਲ ਸੈਕਟਰੀ ਜਿਹੜੇ ਬੈਠੇ ਸਾਨੂੰ ਉਹ ਨਹੀਂ ਲੱਗੇ ਲੱਗਦੇ। ਜੇ ਸਾਡੀ 3-4 ਸਾਲਾਂ ਬਾਅਦ ਸਾਡੀ ਮਾੜੀ ਮੋਟੀ ਸੁਣਵਾਈ ਹੁੰਦੀ ਆ ਤੇ ਸਾਨੂੰ ਕੋਈ ਇਹਨਾਂ ਦਾ ਟਾਈਮ ਨਹੀਂ ਦਿੱਤਾ ਜਾਂਦਾ, ਕੋਈ ਭਰੋਸਾ ਨਹੀਂ ਦਿਵਾਇਆ ਜਾਂਦਾ। ਕਈ ਵਾਰ ਸਾਨੂੰ ਅਣਗੌਲਿਆਂ ਕਰ ਦਿੰਦੇ। ਗਰੀਬ ਜਮਾਤ ਅਸੀਂ ਤੇਲ ਪਾਲ ਕੇ ਚੰਡੀਗੜ੍ਹ ਜਾਂਦੇ ਆ, ਚੰਡੀਗੜ੍ਹ ਅਸੀਂ ਰਾਤ ਧੱਕੇ ਖਾ ਕੇ, ਦਿਨੇ ਧੱਕੇ ਖਾ ਕੇ, ਫੁੱਟ ਬੱਸਾਂ 'ਤੇ ਬਹਿ ਕੇ ਫਿਰ ਘਰ ਦੀ, ਬਾਕੀ ਸਾਡੇ ਕੋਲ ਪੈਸਾ ਕਿੰਨਾ ਕੁ? ਗਰੀਬ ਕੋਲ ਸਾਡੀ ਨੌਟੀ ਦੀ ਜਮਾਤ ਇਹੋ ਜਿਹੀ ਵੀ ਨਾ ਇਹ ਚੰਗੇ ਸਕੂਲ 'ਚ ਪੜ੍ਹਾ ਸਕਦੀ ਬੱਚਾ, ਨਾ ਇਹ ਚੰਗੇ ਕਾਲਜ 'ਚ ਪੜ੍ਹਾ ਸਕਦੀ, ਨਾ ਚੰਗੀਆਂ ਕੰਟਰੀਆਂ 'ਚ ਬੱਚਾ ਭੇਜ ਸਕਦੀ ਹੈ। ਇੱਥੇ ਸਾਨੂੰ ਕੁਝ ਦੇ ਨਹੀਂ ਰਹੇ। ਸਾਰੇ ਸਾਡੀ ਜਿਹੜੀ ਨੌਟੀ ਕਿਸੇ ਦੀ 25-30 ਹਜ਼ਾਰ ਤੋਂ ਪੇ ਵੱਧ ਨਹੀਂ ਹੈਗੀ, ਅਤੇ ਸਾਡਾ 1/8/9 ਤੋਂ ਸਾਡਾ HR 500 ਰੁਪਇਆ ਉਹਦਾ ਏਰੀਆ ਸਾਡਾ 21 ਆ ਗਿਆ, ਸਾਨੂੰ ਉਹ ਨਹੀਂ ਪੂਰਾ ਮਿਲ ਰਿਹਾ। ਮੈਡੀਕਲ ਨਹੀਂ ਸਾਨੂੰ ਪੂਰਾ ਮਿਲ ਰਿਹਾ। ਨਵੇਂ ਗ੍ਰੇਡ ਜਦੋਂ ਪੰਜਾਬ ਗੌਰਮੈਂਟ ਦੇ ਅਪਲਾਈ ਨੂੰ ਲੱਗਦੇ ਆ ਤੇ ਸਾਨੂੰ ਅਸੀਂ ਇਹੋ ਮੰਗ ਕਰਦੇ, ਸਾਡੇ ਉਸੇ ਟਾਈਮ ਲਾ ਦਿੰਦੇ ਆ ਤੇ ਅਜੇ ਤੱਕ ਕੁਛ ਵੀ ਨਹੀਂ ਸਾਨੂੰ ਦੇ ਰਹੇ। ਮਤਲਬ ਇਹਦੇ ਵਿੱਚ ਸਾਡੀ ਜਾ ਰਹੀ ਤੇ ਇਹਨਾਂ ਨੂੰ ਹੱਥ ਜੋੜ ਕੇ ਬੇਨਤੀ ਵੀ ਕਰਦੇ ਆ ਵੀ ਅਸੀਂ ਵੇਖ ਲਓ ਕਾਲਜਾਂ ਦੇ ਕੰਮ ਜਿੰਨੇ ਪੂਰੇ ਚਲਾਉਂਦੇ, ਅਸੀਂ ਬੱਚੇ ਦਾ ਨੁਕਸਾਨ ਨਹੀਂ ਕਰਦੇ। ਪੇਪਰ ਵੀ ਸਾਡੇ ਚੱਲਣ ਦੇ ਆ, ਅਸੀਂ ਕਹਿੰਦੇ ਬੱਚਿਆਂ ਨੂੰ ਨੁਕਸਾਨ ਜਿਹੜਾ ਪੇਪਰ ਵੀ ਚੱਲਣ, ਸਾਡੇ ਦਫ਼ਤਰਾਂ ਦਾ ਕੰਮ ਵੀ ਚੱਲੇ, ਪਰ ਸਾਡੇ ਨਾਲ ਗੌਰਮੈਂਟ ਧੱਕਾ ਕਰ ਰਹੀ ਆ। ਹੁਣ ਅਸੀਂ ਅੱਕ ਕੇ ਆ ਕੇ ਰੋਡ 'ਤੇ ਬਹਿ ਗਏ ਆ। ਅੱਜ ਸ਼ਾਮੀ 4 ਵਜੇ ਤੱਕ ਤਾਂ ਕੋਈ ਨਾ ਕੋਈ ਸਾਡੀ ਕਾਲ ਹੋਊਗੀ, ਜਾਂ CM ਦੀ ਕੋਠੀ ਘੇਰਾਂਗੇ, ਜਾਂ ਅਸੀਂ ਕੁਛ ਨਾ ਕੁਛ ਕਰਾਂਗੇ। ਸਾਡੀ ਸੈਂਟਰ ਪਾਰਟੀ ਵੱਲੋਂ ਜੋ ਵੀ ਕਾਲ ਹੋਊਗੀ ਉਹਦਾ ਅਸੀਂ ਧੰਨਵਾਦ ਕਰਾਂਗੇ, ਉਹਦੇ ਨਾਲ ਜਾਵਾਂਗੇ, ਪਰ ਜ਼ਰੂਰ ਇਹਨਾਂ ਦੇ ਵਿਰੁੱਧ ਸੰਘਰਸ਼ ਜਾਰੀ ਰੱਖਾਂਗੇ। ਸੁਣਾ ਜੀ, ਕੀ ਕਹਿਣਾ ਚਾਹੋਗੇ? CM ਚੰਨੀ ਜਿਹੜੇ ਨਵੇਂ ਬਣੇ ਨੇ ਦਾਅਵੇ ਤਾਂ ਬਹੁਤ ਪੇਸ਼ ਕਰਦੇ ਸੀ, ਪਰ ਦਾਅਵੇ ਪੇਸ਼ ਕਰਦੇ, ਦਾਅਵਾ ਪੂਰਾ ਕੋਈ ਨਹੀਂ ਕਰਦਾ। ਮੇਰੇ ਸਾਹਮਣੇ ਸਾਡੇ ਉੱਧਰ ਇੱਕ ਵਾਰੀ ਆਏ ਜੀ ਯੂਨੀਵਰਸਿਟੀ, ਗੁਰੂ ਨਾਨਕ ਦੇਵ ਯੂਨੀਵਰਸਿਟੀ 6 ਤਰੀਕ ਨੂੰ ਆਏ ਨੇ। ਸਾਡੇ ਟੀਚਰ ਸਾਹਿਬਾਨ, ਨੌ ਟੀਚਰ ਸਾਹਿਬਾਨ ਸਾਰੇ ਗੇਟ ਤੇ ਖਲੋਤੇ ਰਹੇ ਆ। ਉਹਨਾਂ ਜਹਾਜ਼ ਜਾ ਕੇ ਗਰਾਊਂਡ 'ਚ ਉਤਾਰਤਾ।
ਗਰਾਊਂਡ ਦੇ ਸਟੇਜ ਤੇ ਗਏ ਆ, ਉੱਥੇ ਸਾਡੇ ਡੀਸੀ ਸਾਹਿਬ ਨੇ ਵੀ ਇਹ ਗੱਲ ਕਹੀ ਵੀ ਟੀਚਰ ਗੇਟ ਤੇ ਬੈਠੇ ਬੁਲਾ ਲਈਏ, ਸਿੱਧੂ ਸਾਹਿਬ ਨੇ ਵੀ ਇਹ ਗੱਲ ਕਹੀ ਵੀ ਟੀਚਰ ਬੈਠੇ ਬੁਲਾ ਲਈਏ, ਉਹਨਾਂ ਕੋਈ ਹੰਗਾਰਾ ਨਹੀਂ ਭਰਿਆ। ਉਹ ਚੁੱਪ ਕਰਕੇ ਕੋਈ ਦੱਸਣ ਤੋਂ ਬਿਨਾਂ ਕੋਈ ਗੱਲਬਾਤ ਨਹੀਂ ਕੀਤੀ, ਉਹ ਚਲ ਗਏ। ਜੇ ਆਪਾਂ ਗੱਲ ਕਰੀਏ ਕਿ ਪੁਰਾਣੇ ਸੀਐਮ ਤੇ ਘਰੋਂ ਬਾਹਰ ਨਹੀਂ ਸੀ ਨਿਕਲਦੇ, ਲੇਕਿਨ ਨਵੇਂ ਸੀਐਮ ਤਾਂ ਲੋਕਾਂ ਦੇ ਵਿੱਚ ਕਦੀ ਬਹੁਤ ਦਾਅਵੇ ਪੇਸ਼ ਕਰਦੇ ਨੇ, ਉਦੋਂ ਬੜੀ ਕੀ ਸਮਝਦੇ। ਪਰ ਇਹ ਫੋਟੋਆਂ ਖਿਚਾਉਂਦੇ ਆ, ਦੇਂਦੇ ਕੱਖ ਨਹੀਂ। ਉਧਰ ਅਸੀਂ ਇੱਥੇ ਬੈਠੇ ਆ, ਸਾਡੇ ਉਹਨਾਂ ਦਾ ਫਰਜ਼ ਬਣਦਾ ਸਾਡੇ ਕੋਲ ਇੱਥੇ ਆਉਣ ਦਾ। ਖਾਲਸਾ ਕਾਲਜ ਇੱਕ ਮਤਲਬ ਵਰਲਡ ਦੇ ਵਿੱਚ ਫੇਮਸ ਕਾਲਜ ਹੈ, ਵਰਲਡ ਦੇ ਵਿੱਚ ਫੇਮਸ ਕਾਲਜ ਆ। ਇਹਨੂੰ ਚਾਹੀਦਾ, ਇਹਨਾਂ ਦਾ ਫਰਜ਼ ਬਣਦਾ ਸੀਐਮ ਸਾਹਿਬ ਦਾ ਵੀ ਇੱਥੇ ਆਣ ਕੇ ਟੀਚਰ ਨਹੀਂ ਸੁਣਦੇ, ਖਾਲਸਾ ਕਾਲਜ ਨੋਟਿਸ ਨਹੀਂ ਸੁਣਦੇ ਵੀ ਤੁਹਾਨੂੰ ਕੀ ਮੁਸ਼ਕਲਾਂ। ਇੱਥੋਂ ਕਈ ਹੋ ਸਕਦਾ ਮਸਲਾ ਉਹਨਾਂ ਦਾ ਹੱਲ ਹੋ ਜਾਏ, ਪਰ ਉਹਨਾਂ ਕਿਹਾ ਉਹਨੇ ਗੋਲਿਆ ਕਰਤਾ, ਉਹਨਾਂ ਕਿਹਾ ਟੀਚਰਾਂ ਨੂੰ ਮੈਂ ਨਹੀਂ ਮਿਲਦਾ, ਨਾ ਟੀਚਰ ਨੂੰ ਨਾ ਨੌਕਰੀ ਕੁਝ ਨਹੀਂ ਮਿਲੇਗੀ। ਇੱਕ ਪਾਸੇ ਸਰਕਾਰ ਵੱਡੀਆਂ ਨੌਕਰੀਆਂ ਕੱਢੀ ਜਾਂਦੀ ਹੈ, ਦੂਜੇ ਪਾਸੇ ਇਹਨਾਂ ਦੇ ਮੰਤਰੀ ਵੀ ਕਹੀ ਜਾਂਦੇ ਖਜ਼ਾਨਾ ਖਾਲੀ ਹੈ। ਦੇਖੋ ਜੀ 2004 ਤੋਂ ਇਹਨਾਂ ਬੈਨ ਲਾਇਆ ਜੀ, 2004 ਤੋਂ ਇਹਨਾਂ ਨੌਕਰੀਆਂ ਦੇ ਬੈਨ ਲਾਇਆ। 95 ਸਾਡੀਆਂ ਪੋਸਟਾਂ ਸੀ, ਉਹਦੇ ਵਿੱਚ ਇਹਨਾਂ ਕੋਈ ਸਾਡਾ ਨੌਨ ਟੀਚਿੰਗ ਅਪਲਾਈ ਪੱਕਾ ਨਹੀਂ ਕੀਤਾ। 2021 ਆ ਗਿਆ, ਹੁਣ ਚੰਨੀ ਸਾਹਿਬ ਨੇ ਕਿਹਾ 26,000 ਬੰਦਾ ਆਪਾਂ ਪੱਕਾ ਕਰਨਾ। ਸਾਡੇ ਕਾਲਜ ਇੱਕ ਬੰਦਾ ਨਹੀਂ ਪੱਕਾ ਹੋਇਆ। ਜੇ ਇਹਨਾਂ ਨੇ ਬੈਨ ਲਾਇਆ, ਬੈਨ ਤੋਂ ਮੈਨੂੰ ਤੋੜ ਪੰਜਾਬ ਗਵਰਨਮੈਂਟ ਨੂੰ ਜਿਹਨੇ ਬੈਨ ਨਹੀਂ ਤੋੜਦੀ, ਕਿਸ ਤਰ੍ਹਾਂ ਬੰਦੇ ਪੱਕੇ ਕਰ ਦੂ। ਇਹਨਾਂ ਬੈਨ ਲਾਇਆ, ਲੋਕੀ ਵਿਚਾਰੇ ਭੋਲੇ ਆ, ਉਹਨਾਂ ਨੂੰ ਨਹੀਂ ਪਤਾ ਵੀ ਪਿੰਡਾਂ 'ਚ ਜਾਂਦੇ ਆ, ਕਹਿੰਦੇ ਨੇ 26,000 ਬੰਦਾ ਪੱਕਾ ਕਰਤਾ, 32,000 ਬੰਦਾ ਪੱਕਾ ਕਰਤਾ। ਬੈਨ ਜਿਹਨੂੰ ਤੋੜਿਆ ਨਹੀਂ, ਜਿਹਨੇ ਬੈਨ ਦੇ ਤੋੜਦੇ ਕਿਸ ਤਰ੍ਹਾਂ 95 ਦੀਆਂ ਪੋਸਟਾਂ ਦੇਣਗੇ ਸਾਨੂੰ, ਕਿੱਥੇ ਬੰਦੇ ਪੱਕੇ ਕਰ ਦੇਣਗੇ। ਸਾਰਾ ਝੂਠਾ ਦਾ ਪਲੰਦਾ ਜੀ। ਇਹ ਸਿਰਫ ਆਪਣਾ ਚੋਣ ਜਾਬਤਾ ਡੀਕੇ ਨੇ ਚੋਣ ਜਾਬਤਾ ਲਾ ਕੇ ਲਾਰੇ ਕਰ ਲਈਏ। ਹੁਣ ਮੈਂ ਇੱਕ ਦਿਨ ਬਿਜਲੀ ਵਾਲਿਆਂ ਦੀ ਵੀਡੀਓ ਦੇਖੀ ਸੀ, ਉਹ ਬਿਜਲੀ ਵਾਲੇ ਐਸਡੀਓ ਸਾਹਿਬ ਵੀਡੀਓ ਪਾਉਂਦੇ ਸੀ ਕਿ ਕੋਈ ਬਿੱਲ ਨਹੀਂ ਜੇ ਕਿਸੇ ਦਾ ਮਾਫ ਹੋਇਆ, ਸਿਰਫ ਸਾਨੂੰ ਇਹ ਆਰਡਰ ਆਇਆ ਵੀ ਜਿੰਨਾ ਚਿਰ ਇਲੈਕਸ਼ਨ ਉਹਨਾਂ ਚਿਰ ਬਿੱਲ ਲੈਣੀ, ਤੁਸੀਂ ਜਾਣਾ ਬਾਅਦ ਚ ਡਾਂਗ ਨਾਲ ਬਿੱਲ ਲੈ ਕੇ। ਮੈਂ ਖੁਦ ਵੀਡੀਓ ਦੇਖੀ ਉਹਨਾਂ ਦੀ। ਦੇਖੋ ਕਿਹੜਾ ਇਹਨਾਂ ਸੱਚਾਈ, ਕੋਈ ਇਹ ਪਾਸੇ ਵੀ ਹੈਗੀ ਸੱਚਾਈ। ਜੇ ਗੁਰੂ ਰਾਮਦਾਸ ਦੀ ਧਰਤੀ ਤੇ ਆਏ ਸੀ ਤੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵਿੱਚ ਆਏ ਸੀ। ਗੁਰੂ ਨਾਨਕ ਦੇਵ ਨੇ ਜਿਨ੍ਹਾਂ ਨੇ ਦੁਨੀਆ ਸਾਰੀ ਸ੍ਰਿਸ਼ਟੀ ਆ, ਗੁਰੂ ਨਾਨਕ ਪਾਤਸ਼ਾਹ ਨੇ ਖੇਤੀ ਵੀ ਕੀਤੀ ਆ, ਸਾਰੇ ਲਾਂਘੇ ਵੀ ਉਹਨਾਂ ਦੇ ਖੁੱਲੇ ਜਦੋਂ। ਹੁਣ ਬਾਕੀ ਗੱਲ ਇਹ ਜੇ ਗੁਰੂ ਨਾਨਕ ਦੇਵ ਪਾਤਸ਼ਾਹ ਯੂਨੀਵਰਸਿਟੀ ਦੇ ਵਿੱਚ ਆਏ, ਗੁਰੂ ਨਾਨਕ ਪਾਤਸ਼ਾਹ ਨੂੰ ਮੁੱਖ ਰੱਖ ਕੇ ਇਹਨਾਂ ਹੀ ਕਹਿੰਦੇ ਨੇ ਵੀ ਟੀਚਰਾਂ ਨੂੰ ਮਿਲੀਏ। ਗੁਰੂ ਰਾਮਦਾਸ ਦੀ ਧਰਤੀ ਤੇ ਆਏ ਆ, ਬੜੀ ਚੰਗੇ ਕਰਮ ਕੀਤੇ, ਫਿਰ ਗੁਰੂ ਰਾਮਦਾਸ ਦੀ ਧਰਤੀ ਤੇ ਪੈਰ ਪੈਂਦਾ। ਪਰ ਇਹਨਾਂ ਨੇ ਗੋਲਿਆ ਕੀਤਾ, ਇਹਨਾਂ ਨੂੰ ਕਿਸੇ ਨੇ ਟੀਚਰ ਦੀ ਨਹੀਂ ਸੁਣੀ, ਕਿਸੇ ਨੌ ਟੀਚਰ ਦੀ ਨਹੀਂ ਸੁਣੀ। ਇਹ ਸਿੱਧੇ ਸਟੇਜ ਤੇ ਚੱਲ ਕੇ ਜਹਾਜ਼ ਆ ਰਿਹਾ, ਉੱਥੋਂ ਚੱਲ ਕੇ ਸਿੱਧੂ ਸਾਹਿਬ ਨੇ ਕਿਹਾ ਵੀ ਨੌ ਟੀਚਿੰਗ ਨੂੰ ਬੁਲਾ ਲਈਏ ਆਪਾਂ। ਉਹਨਾਂ ਕੋਈ ਨਹੀਂ ਗੱਲ ਸੁਣੀ। ਡੀਸੀ ਸਾਹਿਬ ਨੇ ਸਾਡੇ ਨਾਲ ਬੇਨਤੀ ਕੀਤੀ ਕਿ ਟੀਚਿੰਗ ਨੂੰ ਬੁਲਾ ਲਈਏ, ਉਹਨਾਂ ਨਹੀਂ ਕੀਤੀ, ਸਾਡੀ ਤੋਂ ਚੱਲ ਗਏ। ਮਤਲਬ ਤੁਸੀਂ ਕਹਿ ਸਕਦੇ ਹੋ ਜਦੋਂ 2017 ਦੇ ਵਿੱਚ ਸਰਕਾਰ ਬਣੀ ਸੀ, ਉਦੋਂ ਕੈਪਟਨ ਸਾਹਿਬ ਨੇ ਸ਼੍ਰੀ ਗੁਪਤਾ ਸਾਹਿਬ ਦੀ ਸਹੁੰ ਖਾ ਜਿਹੜੀ ਸਰਕਾਰ ਦੇ ਸੱਤਾ ਦੇ ਵਿੱਚ ਆਏ ਸੀ, ਤੇ ਉਹਦੇ ਨਕਸ਼ੇ ਕਦਮ ਤੇ ਇਹ ਕੰਨੀ ਸਾਹਿਬ ਚੱਲਦੇ ਪਏ ਨੇ। ਤਕਰੀਬਨ ਥੋੜਾ ਜਿਹਾ ਤਾਂ ਰਹੇਗਾ ਸਰਕਾਰ ਪਲਟਾਂ ਦੇ ਵਿੱਚ ਹੋ ਜਾਂਦਾ ਲੱਗਣ ਨੂੰ, ਲੇਕਿਨ ਜਿਹੜੇ ਦਾਅਵੇ ਸਿਰਫ ਹਵਾਵਾਂ ਦੀ ਗੱਪਾਂ ਹੀ ਸਿਰਫ ਵੱਜਣ। ਸਰ ਜਦੋਂ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਬਣੀ ਸੀ, ਪਿੰਡਾਂ ਦੇ ਵਿੱਚ ਇਹਨਾਂ ਨੇ ਕੀ ਕੀਤਾ ਸੀ, ਇੱਕ ਫਾਰਮ ਦੇ ਕੇ ਇੱਕ ਟੀਮ ਬਣਾਈ ਗਈ ਸੀ। ਪਿੰਡ ਦੇ ਵਿੱਚ ਹਰ ਘਰ ਦੇ ਵਿੱਚ ਇੱਕ ਜ਼ਿਮੀਂਦਾਰ ਏਸੀ BC ਦੇ ਵਿੱਚ ਘਰ ਦੇ ਵਿੱਚ ਸਾਰੇ ਗਏ ਸੀ, ਤੁਹਾਡਾ ਕਿੰਨਾ ਕਰਜ਼ਾ ਵਾ, ਤੁਹਾਡਾ ਕਿੰਨਾ ਐਗਰੀਕਲਚਰ ਕਰਜ਼ਾ, ਕਿੰਨਾ ਤੁਹਾਡਾ ਆਰਥੀ ਦਾ ਕਰਜ਼ਾ ਵਾ, ਕਿੰਨਾ ਤੁਹਾਡਾ ਕੋਆਪਰੇਟਿਵ ਬੈਂਕ ਦਾ ਕਰਜ਼ਾ, ਕਿੰਨਾ ਤੁਹਾਡੀ ਦੁਕਾਨ ਦਾ ਕਰਜ਼ਾ ਵਾ। ਉਹ ਸਾਰੀ ਜ਼ਿੰਮੇਵਾਰੀ ਕੈਪਟਨ ਅਮਰਿੰਦਰ ਸਿੰਘ ਦੀ ਹੋਏਗੀ। ਫਾਰਮ ਝੂਠੇ ਭਰੇ ਗਏ ਸੀ। ਮੈਂ ਉਦੋਂ ਵੀ ਪਿੰਡ ਆਪਣੀ ਇਹ ਗੱਲ ਕਹੀ ਸੀ, ਸਰਪੰਚ ਸਾਹਿਬ ਦੇ ਝੂਠੇ ਫਾਰਮ ਭਰੇ ਜਾਂਦੇ ਆ, ਇਹਨਾਂ ਫਾਰਮ ਭਰ ਕੇ ਜੇ ਸਾਡੇ ਕਰਜ਼ੇ ਮਾਫ ਹੋ ਜਾਣ, ਸਾਨੂੰ ਸਭ ਕੁਝ ਝੂਠ ਮਿਲ ਜੇ। ਇਹਨਾਂ ਨੇ ਸਾਬੋ ਕੀ ਤਲਵੰਡੀ ਜਦੋਂ ਸ੍ਰੀ ਆਪਣੇ ਗੁਰੂ ਗੋਬਿੰਦ ਸਿੰਘ ਦੀ ਧਰਤੀ ਦੇ ਜਦੋਂ ਇਹਨਾਂ ਨੇ ਗੁਟਕਾ ਸਹੁੰ ਖਾਧੀ, ਉਦੋਂ ਲੋਕਾਂ ਨੂੰ ਵਿਸ਼ਵਾਸ ਹੋ ਗਿਆ ਵੀ ਗੁਰੂ ਗ੍ਰੰਥ ਸਾਹਿਬ ਉੱਤੇ ਕੋਈ ਨਹੀਂ ਹੈਗਾ, ਗੁਰੂ ਗ੍ਰੰਥ ਸਾਹਿਬ ਤੋਂ ਬਿਨਾਂ ਕੋਈ ਗੱਲ ਨਹੀਂ ਹੈਗੀ। ਉਦੋਂ ਲੋਕ ਵਿਸ਼ਵਾਸ ਕਰਕੇ ਇਹਨਾਂ ਨੂੰ ਵੋਟਾਂ ਦੇ ਪਾ ਕੇ ਇਹਨਾਂ ਨੂੰ ਜੇਲ੍ਹ ਤੇ ਪਾਇਆ ਗਿਆ। ਪਰ ਜੇਲ੍ਹ ਤੇ ਬਣਦਿਆਂ ਸਾਰੀ ਇਹਨਾਂ 4 ਸਾਲ ਕਿਸੇ ਦੀ ਬਾਤ ਨਹੀਂ ਪੁੱਛੀ। ਇਹ ਕਦੀ ਹਿਮਾਚਲ ਚਲ ਗਏ, ਕਦੀ ਬਾਹਰ ਚਲ ਗਏ, ਕਿਤੇ ਵੱਡੇ ਘਰਾਣੇ ਆ ਜੀ। ਇਹਨਾਂ ਨੂੰ ਕਿਸੇ ਨਾਲ ਕੀ ਲੱਗੇ, ਗਰੀਬ ਦਾ ਦੁੱਧ ਕੀ ਹੁੰਦਾ। ਇਹਨਾਂ ਨੂੰ ਸਿਰਫ 10-15 ਦਿਨ ਤੁਹਾਡੇ ਦੇਖੋ, ਤੁਹਾਡੇ ਘਰਾਂ 'ਚ ਆਉਣਗੇ 10-15 ਦਿਨਾਂ ਬਾਅਦ ਜਿੱਦਾਂ ਇਲੈਕਸ਼ਨ ਹੋਊਗੀ, ਜਿੱਦਾਂ ਕੁਰਸੀ ਤੇ ਬਹਿ ਗਏ ਤੁਹਾਨੂੰ ਪੁੱਛ ਜਾਣਗੇ ਜੋ ਮਰਜ਼ੀ ਆਖੋ, ਤੁਹਾਨੂੰ ਡਾਂਗ ਫੇਰਨਗੇ, ਤੁਹਾਨੂੰ ਇਹ ਨਹੀਂ ਪੁੱਛ ਸਕਦੇ ਕੋਈ ਤੁਹਾਨੂੰ ਕੋਈ ਦੁੱਖ ਹੈਗਾ। ਦੁੱਖ ਜਿਹੜਾ ਗਰੀਬ ਆ ਉਹਨੂੰ ਆਪਣੇ ਉਹਨੂੰ ਪਤਾ ਮੇਰੇ ਬੱਚੇ ਭੁੱਖੇ ਆ, ਮੇਰੇ ਬੱਚੇ ਕੀ ਬਣਦਾ ਕੀ ਨਹੀਂ ਬਣਦਾ। ਕਿਸੇ ਦਾ ਕਰਜ਼ਾ ਨਹੀਂ ਕੋਈ ਮਾਫ ਹੋਇਆ, ਕੋਈ ਗੱਲਬਾਤ ਨਹੀਂ ਹੋਈ, ਸਿਰਫ 2-4 ਬੰਦਿਆਂ ਦਾ ਕਰਕੇ ਕੋਈ ਗੱਲਬਾਤ ਨਹੀਂ ਕੀਤੀ। ਇਹਨਾਂ ਉਤਰਾ ਹੀ ਜ਼ਿਮੀਂਦਾਰ ਤੁਰੇ ਫਿਰਦੇ, ਉਤਰਾ ਹੀ ਇਹਨਾਂ ਝੂਠੀ ਗੁਟਕਾ ਸਾਹਿਬ ਦੀ ਸਹੁੰ ਖਾਧੀ ਆ। ਪਰ ਇਹਨਾਂ ਨੂੰ ਗੁਟਕਾ ਸਾਹਿਬ ਦੀ ਸਹੁੰ ਖਾਧੀ ਉਹ ਕਮਿਆਦਾ ਭੁਗਤਣਾ ਪਊਗਾ ਜੀ। ਗੁਰੂ ਗ੍ਰੰਥ ਸਾਹਿਬ ਦਾ ਕਮਿਆਦਾ ਜ਼ਰੂਰ ਇਹਨਾਂ ਨੂੰ ਭੁਗਤਣਾ ਪਊਗਾ। ਤੇ ਚੰਨੀ ਸਾਹਿਬ ਵੀ ਸਾਡੇ ਸਾਰੇ ਉਤਰਾ ਹੀ ਕਰ ਰਿਹਾ, ਆਹ ਵੀ ਕਰ ਦੂੰਗਾ, ਆਹ ਵੀ ਕਰ ਦੂੰਗਾ, ਮੈਂ ਇਹਨੇ 26,000 ਮੁਲਾਜ਼ਮ ਪੱਕੇ ਕਰ ਦੂੰਗਾ, ਉਹ ਕਰ ਦੂੰ। ਇੱਕ ਵੀ ਮੁਲਾਜ਼ਮ ਪੱਕਾ ਕੀਤਾ ਦੱਸ ਦਿਓ। ਇੱਕ ਟੀਚਰ ਯੂਨੀਅਨ ਨੌਕਰੀ ਨੂੰ ਕਿਸੇ ਨੂੰ ਦਿੱਤਾ ਕੁਛ ਦੱਸ ਦਿਓ, ਮੈਂ ਦੱਸਦਾ ਜੇ ਕੋਈ ਦਿੱਤਾ ਮੇਰੇ ਨਾਲ ਗੱਲ ਕਰ। ਵੈਸੇ ਕਮਾਦਾ ਲੱਗਾ ਪੁੱਤਰਾ ਪੈ ਹੀ ਰਿਹਾ ਗਾ, ਕਿਉਂਕਿ ਮੁੱਖ ਮੰਤਰੀ ਜਿਹੜਾ ਹੈਗਾ ਆ ਉਹਦੇ ਚੇਂਜ ਕਰ ਦਿੱਤਾ ਗਿਆ ਹੈਗਾ। ਵੱਡੀ ਗੱਲ ਵੈਸੇ ਮੁੱਦੇ ਦੇ ਰਾਜ ਦਿੱਤਾ ਨਾ ਚਾਹੀਦਾ, ਇਹ ਤਾਂ ਸਮਾਂ ਦੱਸੇਗਾ।
ਸਾਡੇ ਪ੍ਰਧਾਨ ਸਾਹਿਬ ਤੁਹਾਨੂੰ ਸਾਰੀ ਜਾਣਕਾਰੀ ਦੇ ਚੁੱਕੇ ਆ ਕਿ ਅਸੀਂ ਧਰਨਾ ਕਿਉਂ ਲਾਇਆ, ਕੀ ਵਜ੍ਹਾ ਹੈ। ਮੈਂ ਪੰਜਾਬ ਸਰਕਾਰ ਬਾਰੇ ਜ਼ਰੂਰ ਕਹਾਂਗਾ ਕਿ ਹਰ ਮੁੱਦੇ 'ਤੇ ਹਰ ਥਾਂ 'ਤੇ ਜਿਹੜੀ ਸਰਕਾਰ ਉਹ ਫੇਲ ਹੋ ਚੁੱਕੀ ਹੈ। ਜਿਹੜਾ ਤੁਸੀਂ ਗੱਲ ਸਰ ਪੁੱਛ ਰਹੇ ਸੀਗੇ ਕਿ ਕੈਪਟਨ ਸਾਹਿਬ ਨੂੰ ਲਾ ਕੇ ਤੇ ਚੰਨੀ ਸਾਹਿਬ ਨੂੰ ਲਿਆ ਕੇ, ਇਹ ਸਿਰਫ ਇੱਕ ਪੋਲੀਟੀਕਲ ਸਟੰਟ ਹੈਗਾ ਕਿ ਵੋਟਾਂ ਲਾ ਕੇ ਆ ਗਈਆਂ। ਇਹਨਾਂ ਨੂੰ ਪਤਾ ਸੀਗਾ ਕਿ ਅਸੀਂ ਕੋਈ ਕੀਤਾ ਨਹੀਂ 4-4.5 ਸਾਲ ਤੇ ਅਸੀਂ ਕੈਪਟਨ ਅਮਰਿੰਦਰ ਸਿੰਘ ਦੇ ਚਿਹਰੇ ਥੱਲੇ ਲੜ ਕੇ ਜਿੱਤ ਨਹੀਂ ਸਕਦੇ। ਸੋ ਚੰਨੀ ਸਾਹਿਬ ਗਰੀਬ ਪਰਿਵਾਰ ਚੋਂ ਆਏ ਆ, ਲੇਕਿਨ ਜਿਹੜੀਆਂ ਪਾਲਿਸੀਆਂ ਹੈ, ਜਿਹੜੀ ਇੰਪਲੀਮੈਂਟੇਸ਼ਨ ਆ ਉਹਦੇ ਵਿੱਚ ਬਹੁਤ ਜ਼ਿਆਦਾ ਘਾਟ, ਉਹ ਪ੍ਰੋਪਰ ਹੋ ਨਹੀਂ ਰਹੀ ਔਰ ਨਾ ਇਹ ਕਰ ਪਾਉਣਗੇ ਕਿਉਂਕਿ ਟਾਈਮ ਵੀ ਥੋੜਾ ਰਹਿ ਗਿਆ। ਉਸ ਤੋਂ ਇਲਾਵਾ ਜਦੋਂ ਸਰਕਾਰਾਂ ਸੋਚ ਲੈਣ ਕहीं ਐਜੂਕੇਸ਼ਨ ਸਿਸਟਮ ਨੂੰ ਉੱਤੇ ਨਹੀਂ ਚੁੱਕਣਾ, ਆਪਾਂ ਹੈਲਥ ਨੂੰ ਉੱਤੇ ਨਹੀਂ ਚੁੱਕਣਾ, ਕਿ ਸਿਰਫ ਵੋਟ ਬੈਂਕ ਲਈ ਕੰਮ ਕਰਨਾ ਸਾਰਾ, ਜਿੱਥੇ ਵੋਟਾਂ ਦਿਸਣਗੀਆਂ ਉੱਥੇ ਜਾਣਗੇ। ਅਸੀਂ ਵੀ ਦੱਸ ਦੇਣਾ ਚਾਹੁੰਦੇ ਹਾਂ ਕਿ ਦਿਨ ਤੇ 4-5 ਹੀ ਰਹਿ ਗਏ ਸਰਕਾਰ ਦੇ, ਮੁੜ ਕੇ ਵੋਟਾਂ ਲੈਣ ਆਉਣ ਸਾਡੇ ਕੋਲ। ਅਸੀਂ ਇਕੱਲੇ ਨਹੀਂ ਹੈਗੇ, ਸਾਡੇ ਨਾਲ ਪਰਿਵਾਰ, ਸਾਡੀਆਂ ਫੈਮਲੀਆਂ ਜੁੜੀਆਂ ਹੋਈਆਂ, ਸਾਡੇ ਨਾਲ ਬੱਚੇ ਵਿਦਿਆਰਥੀ ਸਾਡੇ ਜੁੜੇ ਹੋਏ ਆ, ਉੱਚੀਆਂ ਨੀਵੀਆਂ ਥਾਵਾਂ ਤੇ ਪਹੁੰਚੇ ਹੋਏ ਨੇ ਔਰ ਬਹੁਤ ਤਰੱਕੀਆਂ ਪ੍ਰਮਾਤਮਾ ਨੇ ਬਖਸ਼ੀਆਂ ਨੇ ਸਾਰਿਆਂ ਨੂੰ, ਬੜੀਆਂ ਵੱਡੀਆਂ ਪੋਸਟਾਂ 'ਤੇ ਪਹੁੰਚੇ ਹੋਏ। ਸੋ ਅਸੀਂ ਸਾਰਿਆਂ ਨੂੰ ਅਪੀਲ ਕਰਾਂਗੇ ਕਿ ਸਰਕਾਰ ਦਾ ਵਿਰੋਧ ਕਰੋ ਜਿੰਨਾ ਹੋ ਸਕਦਾ ਹੈ। ਤੁਸੀਂ ਦੇਖ ਲਓ ਕਿ ਇਹਨਾਂ ਝਾਂਸਾ ਕੀ ਦਿੱਤਾ ਕਿ ਅਸੀਂ ਪੇ ਕਮਿਸ਼ਨ ਲਾਗੂ ਕਰਾਂਗੇ, ਔਰ ਤੁਸੀਂ ਮੰਨਣਾ ਨਹੀਂ, ਸਾਰੇ ਵੀਰ ਸਾਥੀਆਂ ਨੂੰ ਪੁੱਛ ਲਓ 2 ਸਾਲ ਹੋ ਗਏ ਕਿਸੇ ਦੀ 1 ਰੁਪਈਆ ਤਨਖਾਹ ਨਹੀਂ ਵਧੀ, ਨਾ ਪੇ ਕਮਿਸ਼ਨ ਦਿੱਤਾ ਤੇ ਨਾ ਡੀਏ ਦੇ ਜਿਹੜੀਆਂ ਬਕਾਇਆ ਕਿਸ਼ਤਾਂ ਸੀ ਉਹ ਦਿੱਤੀ ਪੇਮੈਂਟ। ਸੋ ਮੈਨੂੰ ਤਾਂ ਇਹ ਨਹੀਂ ਸਮਝ ਆਉਂਦੀ ਵੀ ਰਾਜਨੀਤੀ ਇੰਨੀ ਗੰਦੀ ਹੋ ਗਈ ਹੈ। ਜਿਹੜੇ ਪੰਜਾਬ ਦੇ ਮੁਲਾਜ਼ਮ ਆ, ਪੰਜਾਬ ਦੇ ਮੰਤਰੀ ਨੇ, ਉਹ ਦਿੱਲੀ ਪਹੁੰਚ ਜਾਂਦੇ ਆ, ਉਹ ਉੱਧਰ ਜਿਹੜੇ ਸਟ੍ਰਾਈਕ ਤੇ ਉੱਥੇ ਦਿੱਲੀ ਵੀਰ ਬੈਠੇ ਨੇ ਉਹਨਾਂ ਦੇ ਵਿੱਚ ਸ਼ਾਮਲ ਹੁੰਦੇ ਜਾ ਕੇ, ਔਰ ਜਿਹੜੇ ਵੀਰ ਇੱਥੇ ਸਟ੍ਰਾਈਕ ਤੇ ਬੈਠੇ ਉਹਨਾਂ ਦੇ ਦਿੱਲੀ ਦੇ ਆਣ ਕੇ ਬਹਿੰਦੇ ਮੰਤਰੀ। ਸੋ ਵੇਖੋ ਮੂਰਖ ਲੋਕੀ ਕਿੰਨਾ ਨੂੰ ਬਣਾ ਰਹੇ ਆ ਵੀ ਆਪਾਂ ਆਪਣਾ ਘਰ ਸੰਭੋ, ਪੰਜਾਬ ਦੀ ਗੱਲ ਕਿਹਨੇ ਕਰਨੀ। ਤੁਸੀਂ ਦਿੱਲੀ ਨੂੰ ਵਿੱਚ ਲੈ ਇਨਵੋਲਵ ਕਰੀ ਜਾਂਦੇ ਜੇ, ਫਲਾਣੇ ਨੂੰ ਕਰੀ ਜਾਂਦੇ ਜੇ। ਆਪਣਾ ਪੰਜਾਬ ਬਹੁਤ ਵੱਡੀ ਗੁਰੂਆਂ ਪੀਰਾਂ ਦੀ ਧਰਤੀ ਸੀ, ਪਰ ਪੋਲੀਟੀਕਲ ਸਿਸਟਮ ਨੇ ਬੇੜਾ ਗਰਕ ਕਰਤਾ ਹੈ। ਤਾਂਹੀਓ ਸਾਡੇ ਵਿਦਿਆਰਥੀ ਜਿਹੜੇ ਆ ਅੱਜ ਕੱਲ੍ਹ ਤੁਸੀਂ ਦੇਖ ਲਓ ਕਿ ਸਾਡੇ ਏਡਡ ਕਾਲਜ ਹੈਗੇ ਆ ਜਿਹੜੇ 95% ਗ੍ਰਾਂਟ ਅੰਡਰ ਹੈਗੇ ਜੋ DPI ਤੋਂ ਹਾਇਰ ਐਜੂਕੇਸ਼ਨ। ਹੁਣ ਹਾਲਾਤ ਇਹ ਆ, ਤੁਸੀਂ ਦੇਖ ਲਓ, ਮੈਂ ਅੰਮ੍ਰਿਤਸਰ ਡਿਸਟ੍ਰਿਕਟ ਦੀ ਇਹ ਗੱਲ ਕਰਾਂ, ਸਾਡਾ ਸਰਿਆਲੀ ਕਾਲਜ ਆ, ਗੁਰੂ ਗੋਬਿੰਦ ਸਿੰਘ ਖਾਲਸਾ ਕਾਲਜ ਸਰਿਆਲੀ ਤਰਨਤਾਰਨ ਡਿਸਟ੍ਰਿਕਟ ਦੇ ਅੰਡਰ ਹੁਣ ਆਉਂਦਾ ਹੈ। ਉਹ ਬਿਲਕੁਲ ਇੱਕ ਟਾਈਮ ਤੇ ਕਾਲਜ ਟੌਪ ਤੇ ਹੀ, ਹੁਣ ਦੇਖੋ ਜਾ ਕੇ ਉੱਤੇ ਬੰਦ ਹੋਣ ਦੇ ਕਿਨਾਰੇ ਆ। ਕਾਰਨ ਕੀ, ਸਟੂਡੈਂਟ ਦੀ ਸਟਰੈਂਥ ਨਹੀਂ ਰਹਿ ਗਈ, ਸਟੂਡੈਂਟ ਸਾਰਾ ਬਾਹਰ ਮੂਵ ਹੋ ਰਿਹਾ ਫੋਰਨ ਦੇ। ਅਨਪਲਾਈਮੈਂਟ ਬਹੁਤ ਜ਼ਿਆਦਾ ਹੋ ਗਈ ਹੈ। ਬਾਬਾ ਬੁੱਢਾ ਸਾਹਿਬ ਕਾਲਜ ਬੀੜ ਸਾਹਿਬ ਸਾਡੇ ਇੱਥੇ ਲਾਗੇ, ਉਹ ਵੀ ਬੰਦ ਹੋਣ ਦੇ ਕਿਨਾਰੇ ਆ। ਇਸ ਤਰ੍ਹਾਂ ਮੈਂ ਅਣਗਿਣਤ, ਇੱਕ ਨਹੀਂ ਕਹਿ ਰਿਹਾ, ਅਣਗਿਣਤ ਕਾਲਜ ਨੇ ਜਿਹੜੇ ਬੰਦ ਹੋ ਰਹੇ ਨੇ, ਔਰ ਜਿਹੜੇ ਪੇਂਡੂ ਕਾਲਜ ਹੈਗੇ ਸੀ ਜਿੱਥੇ ਕਿ ਐਜੂਕੇਸ਼ਨ ਲੈਣੀ ਹਰੇਕ ਬੰਦੇ ਦੇ ਵੱਸ ਦੀ ਗੱਲ, ਸ਼ਹਿਰ 'ਚ ਅਪਰੋਚ ਕਰਨੀ, ਸ਼ਹਿਰ 'ਚ ਜਾਣਾ ਆਉਣਾ, ਰਹਿਣ ਦਾ ਖਰਚਾ ਹੋਸਟਲਾਂ ਦੇ ਵਿੱਚ ਕਰਨਾ। ਸੋ ਉਹ ਲਾਗੇ ਕਾਲਜ ਜਿਹੜੇ ਸੀ, ਪੇਂਡੂ ਕਾਲਜ ਹੀ, ਬੱਚੇ ਉੱਥੋਂ ਹਾਇਰ ਐਜੂਕੇਸ਼ਨ ਲੈ ਕੇ ਬੜੀਆਂ ਵਧੀਆ ਥਾਵਾਂ 'ਤੇ ਬੜੀਆਂ ਵਧੀਆ ਪੋਜੀਸ਼ਨਾਂ 'ਤੇ ਪਹੁੰਚੇ। ਲੇਕਿਨ ਹੁਣ ਤੁਸੀਂ ਦੇਖ ਲਓ ਕਿ ਗ੍ਰਾਂਟ ਵੀ ਜਿਹੜੀ ਹੈ ਉਹ ਵੀ ਮੈਨੇਜਮੈਂਟਾਂ ਨੇ ਕੇਸ ਕੀਤੇ ਹੋਏ ਸਰਕਾਰ 'ਤੇ ਕਿ ਗ੍ਰਾਂਟ ਵੀ ਦਿਨੋਂ ਦਿਨ ਘਟਾ ਰਹੀ ਹੈ। ਸੋ ਮੈਨੂੰ ਇਹ ਨਹੀਂ ਸਮਝ ਆਉਂਦੀ ਵੀ ਹਵਾਵਾਂ ਦੇ ਸੁਪਨੇ, ਹਵਾ ਦੇ ਵਿੱਚ ਗੱਲਾਂ ਕਿ ਅਸੀਂ ਇੰਨੇ ਬੰਦੇ ਪੱਕੇ ਕਰ ਦਾਂਗੇ ਜੀ, ਇਹਨੂੰ ਵੀ ਕਲੀਅਰ ਕਰਾਂਗੇ। ਤੁਸੀਂ ਦੇਖ ਲਓ ਕਿ ਐਜੂਕੇਸ਼ਨ ਸਿਸਟਮ 'ਚ ਕਿਹੜਾ ਅੰਪਲਾਇਆ ਜਿਹੜਾ ਇਸ ਟਾਈਮ ਧਰਨੇ 'ਤੇ ਨਹੀਂ ਬੈਠਾ ਹੈ। ਟੀਚਿੰਗ, ਨਾਨ ਟੀਚਿੰਗ, ਈਵਨ ਸਰਕਾਰੀ ਸਕੂਲਾਂ ਦੇ ਅਧਿਆਪਕ, ਏਡਡ ਕਾਲਜਾਂ ਦੇ ਕਾਲਜ ਟੀਚਰ ਸਾਹਿਬਾਨ, ਨਾਨ ਟੀਚਿੰਗ ਸਟਾਫ। ਕਾਰਨ ਇਹ ਹੈ ਕਿ ਇੱਛਾ ਸ਼ਕਤੀ ਦੀ ਘਾਟ ਔਰ ਬਦਨੀਤੀਆਂ, ਮੈਂ ਨੀਤੀਆਂ ਨਹੀਂ ਕਹਾਂਗਾ, ਬਦਨੀਤੀਆਂ। ਸੋ ਇਸ ਕਰਕੇ ਜਿੰਨਾ ਹੋ ਸਕੇ ਮੈਂ ਕਾਂਗਰਸ ਸਰਕਾਰ, ਕਿਉਂਕਿ ਮੌਜੂਦਾ ਜਿਹੜੀ ਪੰਜਾਬ ਸਰਕਾਰ ਹੈ ਕਾਂਗਰਸ ਪਾਰਟੀ ਨਾਲ ਸੰਬੰਧ ਰੱਖਦੀ, ਸੋ ਮੈਂ ਨਾ ਮੌਜੂਦਾ ਜਿਹੜੀ ਪੰਜਾਬ ਸਰਕਾਰ ਆ ਉਹ ਹਰ ਥਾਂ 'ਤੇ ਫੇਲ ਹੋਈ ਹੈ। ਔਰ ਇਹ ਚੰਨੀ ਸਾਹਿਬ ਜਿਹੜੇ 2-4 ਦਿਨ ਲਾ ਰਹੇ, ਦੇਖੋ ਜੋ ਕੋਈ ਵੀ ਨੋਟੀਫਿਕੇਸ਼ਨ ਆਉਣਾ, ਇੰਪਲੀਮੈਂਟੇਸ਼ਨ ਹੋਣੀ ਹੈ, ਉਹਦਾ ਵੀ ਇੱਕ ਤਸਵੀਰ ਹਫ਼ਤਾ 10 ਦਿਨ ਤੋਂ ਉਹਨਾਂ ਨੂੰ ਲੱਗ ਜਾਂਦਾ। ਹੁਣ ਇਹ ਚਾਹੁੰਦੇ ਨੇ ਕਿ ਜਲਦੀ ਜਿਹੜਾ ਉਹ ਕੋਡ ਆਫ ਕੰਡਕਟ ਲੱਗ ਜੇ ਤੇ ਅਸੀਂ ਕਹਿ ਰਹੀਏ ਜੀ ਅਸੀਂ ਤਾਂ ਲਾਉਣ ਕਰਦੇ ਆ। ਲੇਕਿਨ ਹੁਣ ਮੈਂ ਇਹ ਦੱਸਣਾ ਚਾਹੁੰਦਾ ਹਾਂ ਵੀ ਪੰਜਾਬ ਦੇ ਜਿਹੜੇ ਲੋਕ ਨੇ ਅੱਗੇ ਨੂੰ ਬਹੁਤ ਜ਼ਿਆਦਾ ਸਿਆਣੇ ਹੋ ਗਏ ਨੇ। ਇਸ ਵਾਰ ਜਿਹੜੇ ਆ
ਇਲੈਕਸ਼ਨ ਦੇ ਵਿੱਚ ਲੋਕ ਦੱਸ ਦੇਣਗੇ ਇਹਨਾਂ ਨੂੰ ਕਿ ਜਿਹੜੀਆਂ ਝੂਠੀਆਂ ਪਲੰਦੇ ਨੇ ਬਣਦੇ ਉਹ ਪੂਰੇ ਤਰ੍ਹਾਂ ਇਹਨਾਂ ਦੇ ਨੇਪਰੇ ਨਹੀਂ ਚੜ੍ਹਦੇ। ਵਾਹਿਗੁਰੂ ਜੀ ਕੀ ਖਾਲਸਾ। ਨੌਨ ਟੀਚਰ ਜਿਹੜੇ ਖਾਲਸਾ ਕਾਲਜ ਨੌਨ ਟੀਚਰ ਜਿਹੜੇ ਹੈਗੇ ਨੇ ਜਿਨ੍ਹਾਂ ਨੇ ਆਪਣੀਆਂ ਮੰਗਾਂ ਨੂੰ ਲੈ ਕੇ ਖਾਲਸਾ ਕਾਲਜ ਦੇ ਬਾਅਦ ਜਿਹੜਾ ਰੋਸ ਵਿੱਚ ਕੀਤਾ ਜਾਏਗਾ। ਔਰ ਬੜੀ ਦੁਰਭਾਗਪੂਰਨ ਗੱਲ ਹੈਗੀ ਆ ਕਿ ਪੰਜਾਬ ਦੇ ਸਿਰਫ ਪੰਜਾਬ ਪੁਲਿਸ ਨੂੰ ਮਹਿਕਮੇ ਨੂੰ ਛੱਡ ਕੇ ਸਾਰੇ ਮਹਿਕਮੇ ਹੀ ਰੋਡ ਤੇ ਤਿਆਰੀ ਨੇ। ਕਿਉਂ? ਕਿਉਂਕਿ ਮੰਗਾਂ ਬਹੁਤ ਜ਼ਿਆਦੀਆਂ ਹੈਗੀਆਂ, ਲੰਬੇ ਸਮੇਂ ਤੋਂ ਮੰਗਾਂ ਚੱਲਦੀਆਂ ਆ ਰਹੀਆਂ ਹੈਗੀਆਂ, ਲੇਕਿਨ ਸਰਕਾਰਾਂ ਸਿਰਫ ਦਾਅਵੇ ਕਰਦੀਆਂ ਹੈਗੀਆਂ, ਉਹਨੂੰ ਜ਼ਮੀਨੀ ਤੌਰ ਤੇ ਉਹਨੂੰ ਅਮਲੀ ਜਾਮਾ ਜਿਹੜਾ ਉਹ ਨਹੀਂ ਪਹਿਨਾਉਂਦੀਆਂ ਹੈਗੀਆਂ। ਜੇ ਗੱਲ ਕਰੀਏ ਆਪਾਂ ਤੇ ਚੋਣ ਜਾਬਤਾ ਦੀ, ਤੇ ਚੋਣ ਜਾਬਤਾ ਵੀ ਬਹੁਤ ਜਲਦੀ ਲੱਗਣ ਵਾਲਾ ਹੈਗਾ ਆ ਕਿ ਸਾਰਿਆਂ ਨੂੰ ਉਮੀਦ ਹੈਗੀ ਆ ਕਿ ਚਲੋ ਸਰਕਾਰਾਂ ਇਲੈਕਸ਼ਨ ਹੈਗੀਆਂ ਆ ਕਿ ਆਪੋ ਆਪਣੇ ਜਿਹੜੀ ਮੰਗਾਂ ਸਰਕਾਰਾਂ ਅੱਗੇ ਪੇਸ਼ ਕੀਤੀਆਂ ਜਾਣ ਤਾਂ ਕਿ ਜਿਹੜਾ ਹੈਗਾ ਆ 2022 ਦੇ ਵਿੱਚ ਆਪਾਂ ਕਿਹਨੂੰ ਵੋਟ ਪਾਉਣੀ ਆ ਇਹ ਉਸ ਹਿਸਾਬ ਦੇ ਨਾਲ ਸੈਟਿੰਗ ਸਾਰੀ ਕੀਤੀ ਜਾ ਸਕੇ। ਲੇਕਿਨ ਕਿਤਨਾ ਕਿਤੇ ਜਿਹੜੇ ਇਹ ਆ ਇਸ ਗੱਲ ਨੂੰ ਜਿਹੜਾ ਹੈਗਾ ਅਣਗਹਿਲੀ ਸਰਕਾਰ ਵੱਲੋਂ ਕੀਤਾ ਜਾ ਰਿਹਾ ਹੈਗਾ ਆ ਕਿ ਜੇ ਆਪਾਂ ਦਾਅਵਿਆਂ ਦੀ ਗੱਲ ਕਰੀਏ ਕਿ ਸਿਰਫ ਉਹ ਗੱਲਾਂ ਹੀ ਹਵਾਵਾਂ 'ਚ ਹੀ ਗਏ ਨੇ, ਉੱਡੀਆਂ ਪਈਆਂ। ਅੰਮ੍ਰਿਤਸਰ ਤੋਂ ਗੁਰਮੀਤ ਰਾਏ ਦੀ